ਰਮੇਸ਼ ਇੰਦਰਜੀਤ ਨਿੱਕੂ ਦੇ ਵੱਡੇ ਬਿਆਨ ਤੋਂ ਬਾਅਦ ਚੋਂ ਨਵੀਂ ਚਰਚਾ ਛਿੜ ਗਈ ਹੈ। ਹਾਲਾਂਕਿ ਜਦੋਂ ਵੀ ਕਲਾਕਾਰਾਂ ਨੂੰ ਸਵਾਲ ਕੀਤਾ ਗਿਆ ਤਾਂ ਸਿੱਧੇ ਤੌਰ ਤੇ ਤਾਂ ਇੰਡਸਟਰੀ ਨੂੰ ਕੋਈ ਜ਼ਿੰਮੇਵਾਰ ਨਹੀਂ ਠਹਿਰਾਉਂਦਾ, ਪਰ ਇੰਦਰਜੀਤ ਨਿੱਕੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੋ ਇਹ ਗਨ ਕਲਚਰ ਹੈ, ਜੋ ਇਹ ਗੈਂਗਵਾਰ ਕਲਚਰ ਹੈ, ਸਿੱਧੇ ਤੌਰ ਤੇ ਇਸ ਦੇ ਲਈ ਜ਼ਿੰਮੇਵਾਰ ਹੈ ਪੰਜਾਬੀ ਇੰਡਸਟਰੀ। ਓਵਰ टू यू। बिल्कुल परविंदर, जिस हिसाब नाल इंद्रजीत निक्कू का बयान सामने आया, और क्योंकि खुद पंजाबी इंडस्ट्री म्यूजिक इंडस्ट्री तो ताल्लुक रखते हैं इंद्रजीत निक्कू सिंगर ने, और कहा कि गैंगवाद जिहड़ा गैंगस्टर कल्चर या गैंगवाद है इहदे लई पंजाबी इंडस्ट्री मौजूद है, वो गाने ही जिम्मेवार ने। साडे नाल पंजाबी म्यूजिक इंडस्ट्री के बाबा बोड़ कहे जाने वाल योगराज सिंह मौजूद ने। और जे आपां गल करिए पंजाबी फिल्मां दी, तां जे शुरुआत पंजाबी फिल्मां दी करिए या पंजाबी गाणियां दी गल करिए, बॉलीवुड की गल करिए, तमाम अदाकार इन्होंने अपनी दिखाई भी है। और अज खुल के बड़े मैं सवाल इन्हों तो करांगा और योग भाजी नाल। योग भाजी, इंद्रजीत निक्कू कह रहा है कि गैंगवार ये जिहड़ा कल्चर गैंगवार होया या गैंगस्टर पनपे ने, इहदे लई पंजाबी इंडस्ट्री भी जिम्मेवार है, साडे गायक भी जिम्मेवार ने जिहड़े गाणियां च गन कल्चर नूं प्रमोट करते हैं। कौन की कह रहा है, मैनू इस गल तो कुछ नहीं लेना, निक्कू कह रहा है या कोई भी कह रहा है, पर जो मैं कह रहा हूँ मैं तुहानूं कहना चाहुंदा, ਕਿਹੜੇ ਗਨ ਕਲਚਰ ਦੀ ਗੱਲ ਕਰਦੇ ਹੋ ਤੁਸੀਂ? ਕਦੇ ਹਿਸਟਰੀ ਪੜ੍ਹੀ ਹੈ ਤੁਸੀਂ ਹਿੰਦੁਸਤਾਨ ਦੀ? ਇਹ ਬੜਾ ਵਿਸਤਾਰ 'ਚ ਮੈਂ ਹੁਣ ਜਵਾਬ ਦੇਣਾ ਚਾਹੁੰਦਾ। ਤੁਹਾਨੂੰ ਪਤਾ ਇਸ ਦੇਸ਼ ਨਾਲ ਪਿਛਲੇ 1000 ਸਾਲ ਤੋਂ ਕੀ ਹੋਇਆ ਸੀ? ਉਸ ਤੋਂ ਬਾਅਦ ਜਦ ਮੁਗਲਾਂ ਨੂੰ ਭਜਾਉਣਾ ਪਿਆ ਤਾਂ ਕੀ ਕਰਨਾ ਪਿਆ? ਮਾਲਾਂ ਨਾਲ ਕੰਮ ਨਹੀਂ ਚੱਲੀ, ਫਿਰ ਸ਼ਸਤਰ ਚੱਕਣੇ ਪਏ। ਉਹ ਇੱਕ ਅੱਛੇ ਕੰਮ ਵਾਸਤੇ ਸੀ। ਗਨ ਕਲਚਰ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਗਨ ਕਲਚਰ ਨੂੰ ਪਹਿਲਾਂ ਦੀ ਵਿਆਖਿਆ ਠੀਕ ਕਰੋ ਤੇ ਉਹਨੂੰ ਸਮਝੋ ਪਹਿਲਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਇਹ ਕ੍ਰੀਏਸ਼ਨ ਕਿਹਦੀ ਹੈ? ਤੁਸੀਂ ਪ੍ਰੈਸ ਵਾਲੇ ਸਾਰਾ ਕੁਝ ਜਾਣਦੇ ਹੋ, ਤੁਹਾਨੂੰ ਸਭ ਪਤਾ ਹੈ, ਪਰ ਤੁਸੀਂ ਜਾਣ ਕੇ ਸਵਾਲ ਇਹੋ ਜਿਹੇ ਪੁੱਛਦੇ ਹੋ ਜਿਹਦੇ ਨਾਲ ਉਹਦੇ ਵਿੱਚ ਕੰਟਰੋਵਰਸੀ ਪੈਦਾ ਹੋਵੇ। ਪਰ ਮੈਂ ਇੱਕ ਸਪਸ਼ਟ ਗੱਲ ਕਹਿਣਾ ਚਾਹੁੰਦਾ, ਪੁੱਛਣਾ ਚਾਹੁੰਦਾ ਸਾਰਿਆਂ ਨੂੰ, ਤੁਸੀਂ ਆਪਣੇ ਪਰਿਵਾਰ ਨਾਲ ਜਾ ਰਹੇ ਹੋ। ਮੈਂ ਸਮਝਦਾ ਕਿ ਗੌਰਮੈਂਟ ਨੂੰ ਹਰ ਪਰਿਵਾਰ ਨੂੰ ਲਾਇਸੈਂਸੀ ਅਸਲੇ 3 ਦੇਣੇ ਚਾਹੀਦੇ ਜੇ ਕਿ ਵੈਲਿਡ ਹੈਗੇ ਹੈ। ਉਹ ਇਸ ਲਈ ਹੈ ਤੁਹਾਡੀ ਡਿਫੈਂਸ ਵਾਸਤੇ। ਤੁਸੀਂ ਆਪਣੇ ਪਰਿਵਾਰ ਨਾਲ ਜਾ ਰਹੇ ਹੋ, ਤੁਸੀਂ ਆਪਣੀ ਬੀਵੀ ਹੈ, ਬੱਚੇ ਹੈ, ਤੁਹਾਡੀਆਂ ਧੀਆਂ ਤੁਹਾਡੇ ਨਾਲ ਨੇ, ਤੁਹਾਨੂੰ 10 ਬੰਦੇ ਘੇਰ ਲੈਂਦੇ ਨੇ। ਇਹ ਤਾਂ ਹੁੰਦਾ ਹੈ ਨਾ, ਜਦ ਦੀ ਦੁਨੀਆ ਬਣੀ ਹੈ ਇਹੀ ਕੁਛ ਹੁੰਦਾ ਹੈ। ਤੇ ਉਹ ਬੰਦੇ ਨੂੰ ਤੁਸੀਂ ਆਪਣੇ ਆਪ ਨੂੰ ਡਿਫੈਂਸ ਕਿਵੇਂ ਕਰਨਾ ਹੈ, ਆਪਣੇ ਨੂੰ ਬਚਾਉਣਾ ਕਿਵੇਂ, ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ। ਮੈਂ ਸਮਝਦਾ ਕਿ ਗਨ ਕਲਚਰ ਜਿਹੜੇ ਤੁਸੀਂ ਗਾਣਿਆਂ ਤੇ ਸਾਡੇ ਸਿੰਗਰਾਂ ਤੇ ਤਹਿਮਤ ਲਾਈ ਜਾਂਦੇ ਹੋ, ਤੁਸੀਂ ਸਾਡੀ ਪੰਜਾਬੀ ਇੰਡਸਟਰੀ ਤੇ ਤਹਿਮਤ ਲਾਈ ਜਾਂਦੇ ਹੋ। ਆਈ ਹੇਟ ਦਿਸ। ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਮੈਂ ਤੁਹਾਨੂੰ ਸਵਾਲ ਪੁੱਛਾਂ, ਤੁਸੀਂ ਬਾਰਡਰਾਂ ਤੇ ਤੋਪਾਂ ਕਿਉਂ ਲਾ ਰੱਖੀਆਂ? ਤੁਸੀਂ ਅਸਲੇ ਕਿਉਂ ਲਾ ਰੱਖੇ ਆ? ਕਿਉਂ ਫੌਜੀ ਭਰਤੀ ਕਰਕੇ ਤੁਸੀਂ ਆਪਦੀਆਂ ਫੌਜਾਂ ਬਣਾ ਰਹੇ ਹੋ? ਕਿਉਂ ਤੁਸੀਂ ਜਗ੍ਹਾ ਜਗ੍ਹਾ ਦੇ ਵਿੱਚ ਆਪਦੇ ਟੋਲੇ ਬਣਾ ਰਹੇ ਹੋ? ਇਸ ਲਈ ਬਣਾ ਰਹੇ ਹੋ ਕਿ ਸ਼ਾਂਤੀ ਰਵੇ। ਗਨ ਕਲਚਰ ਜਾਂ ਸ਼ਸਤਰ ਇੱਕੋ ਹੀ ਗੱਲ ਹੈ। ਉਹ ਜਿਹੜਾ ਸ਼ਸਤਰ ਹੈ ਉਹ ਸ਼ਾਂਤੀ ਰੱਖਣ ਵਾਸਤੇ। ਕਿਸੇ ਧੀ ਭੈਣ ਦਾ ਰੇਪ ਹੋ ਰਿਹਾ, ਉਮੇਸ਼ ਜੀ ਇੱਥੋਂ ਜਾ ਰਹੇ ਨੇ, ਤੇ ਉਮੇਸ਼ ਜੀ ਤੁਸੀਂ ਆਪਣਾ ਕੀ ਕੈਮਰਾ ਤੇ ਧੂਤੂ ਲੈ ਕੇ ਭੱਜੋਗੇ ਕਿ ਜੋ ਯੂ ਆਰ ਮੈਨ ਇਨਫ ਕਿ ਯੂ ਵਿਲ ਸੇਵ ਦੈਟ ਗਰਲ? ਨਹੀਂ ਕਰੋਗੇ ਨਾ, ਕਿਉਂਕਿ ਤੁਹਾਡੇ ਕੋਲ ਹੈ ਕੁਝ ਨਹੀਂ। ਜੇ ਨਹੀਂ ਮੈਂ ਗੱਲ ਪੁੱਛ ਰਿਹਾ, ਮੇਰੀ ਗੱਲ ਦਾ ਜਵਾਬ ਦੇ ਵਿੱਚ ਬੋਲਿਓ ਨਾ। ਜੇ ਹੁਣ ਸਵਾਲ ਤੁਸੀਂ ਬੜਾ ਟੇਢਾ ਪੁੱਛਿਆ, ਔਰ ਮੈਂ ਬੜਾ ਦੁਖੀ ਹਾਂ ਇਸ ਗੱਲ ਤੋਂ ਕਿ ਇਹ ਕ੍ਰੀਏਸ਼ਨ ਤੁਹਾਡੀ ਸਾਰਿਆਂ ਦੀ ਕੀਤੀ ਹੋਈ ਹੈ। ਇਹ ਕ੍ਰੀਏਸ਼ਨ सेंटर की करी हुई है, ये गवर्नमेंट की करी हुई है, ये हर लीडरों की करी हुई है, ये आप लोगों ने करी है। सर, गन कल्चर मीन्स टू डिफेंड योर सेल्फ। हाँ, गाने में क्या गाना ये गाओ कि यार शस्त्र ऐदा होंदे ने, ऐदा ਤੁਹਾਡਾ ਕੀ ਖਿਆਲ ਹੈ? ਅੱਜ ਤੁਸੀਂ ਸਿੱਧੂ ਮੂਸੇਵਾਲੇ ਦੀ ਗੱਲ ਕਰ ਰਹੇ ਹੋ, ਕਿਸੇ ਹੋਰ ਦੀ ਗੱਲ ਕਰ ਰਹੇ ਹੋ। ਅੱਜ ਤੋਂ ਪਹਿਲਾਂ ਮਾਨਖੋੜਾ ਨੇ ਨਹੀਂ ਗਾਇਆ, ਜਾਂ ਜਿੰਨੇ ਵੀ ਸਿੰਗਰ ਨੇ ਪੁਰਾਣੇ ਇਹਨਾਂ ਨੇ ਕਲਚਰ, ਸੁੱਚਾ ਸਿੰਘ ਸੂਰਮਾ ਨਹੀਂ ਗਾਇਆ, ਜੱਗਾ ਡਾਕੂ ਨਹੀਂ ਗਾਇਆ। ਤੋ ਗਨ ਕਲਚਰ ਜਿਹੜਾ ਗਲਤ ਇਸਤੇਮਾਲ ਹੋਵੇ ਉਹ ਗਲਤ ਹੈ। ਪੋਜ਼ਿਟਿਵ ਗਨ ਕਲਚਰ ਜਿਹੜਾ ਹੈ ਉਹ ਕ੍ਰੀਏਟ ਹੋਣਾ ਚਾਹੀਦਾ। ਦੈਟਸ ਵਾਟ ਆਈ ਮੀਨ। नहीं, तुसी कह रहे हो कि एक चर्चा चली है, ऐसी कोई तोहमत नहीं लाई, एक चर्चा चली है। 2 साल तो तुम सर एक सवाल मेरा सुन लो कि सिद्धू मूसेवाले ਨੂੰ ਇਹ ਸਵਾਲ ਪੁੱਛਿਆ ਸੀਗਾ, ਮੈਂ ਸਿੱਧੂ ਮੂਸੇਵਾਲੇ ਨੂੰ ਸਵਾਲ ਪੁੱਛਿਆ ਸੀਗਾ ਕਿ ਤੁਹਾਡੇ ਉੱਪਰ ਐਲੀਗੇਸ਼ਨ ਲੱਗਦੇ ਰਹੇ ਨੇ, ਔਰ ਇੰਡਸਟਰੀ ਦੇ ਲੋਕ ਕਈ ਵਾਰ, ਹੁਣ ਜਿੱਦਾਂ ਇੰਦਰਜੀਤ ਨਿੱਕੂ ਤੁਹਾਡੀ ਇੰਡਸਟਰੀ ਦਾ, ਉਹ ਮੀਡੀਆ ਦਾ ਨਹੀਂ ਹੈ। ਇੰਦਰਜੀਤ ਨਿੱਕੂ ਕਹਿ ਰਿਹਾ ਹਾਂਜੀ ਇਹ ਗੈਂਗਵਾਦ। ਪੁੱਛਣਾ ਚਾਹੀਦਾ ਉਹਨੂੰ, ਕਹਿਣਾ ਹੀ ਨਹੀਂ ਚਾਹੀਦਾ। ਉਹ ਤੋਂ ਪਹਿਲਾਂ ਸੋਚ ਤਾਂ ਲੈ, ਤੂੰ ਕਹਿ ਕੀ ਰਿਹਾ? ਅੱਜ ਤੂੰ ਕਹਿ ਰਿਹਾ ਤੁਸੀਂ ਲੋਕ ਨਹੀਂ ਗਾਉਂਦੇ। ਕੀ ਕੋਈ ਐਸਾ ਸਿੰਗਰ ਹੈ ਜਿਹਨੇ ਗਨ ਕਲਚਰ ਪ੍ਰਮੋਟ ਨਹੀਂ ਕੀਤਾ? ਮੇਰਾ ਦਾੜਾ ਚਿੱਟਾ ਹੋ ਗਿਆ, ਮੈਂ 70 ਸਾਲ ਦਾ ਹੋ ਗਿਆ, ਮੈਂ 5 ਦਹਾਕੇ ਦੇਖੇ ਤਾਂ ਕੱਲ ਦੇ ਜੰਮੇ ਨੇ ਬੱਚੇ। ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਗਨ ਕਲਚਰ ਹੁੰਦਾ ਕੀ ਹੈ? ਤੁਹਾਨੂੰ ਇਹ ਨਹੀਂ ਪਤਾ। ਮੇਰੇ ਫਾਦਰ ਨੇ 5 ਸਾਲ ਦੀ ਉਮਰ 'ਚ ਮੈਨੂੰ ਪਹਿਲਾਂ ਪਿਸਤੌਲ ਚਲਾਉਣਾ ਸਿਖਾਇਆ, ਫਿਰ ਬੰਦੂਕ ਚਲਾਉਣੀ ਸਿਖਾਈ, ਫਿਰ ਸ਼ਿਕਾਰ ਖੇਡਣਾ ਸਿਖਾਇਆ। ਮੈਂ ਆਪਣੇ ਫਾਦਰ ਨੂੰ ਕਿਹਾ ਕਿਉਂ? ਕਹਿੰਦੇ ਬੇਟਾ ਆਪਣੀ ਹਿਫਾਜ਼ਤ ਵਾਸਤੇ ਇਹ ਚੀਜ਼ਾਂ ਬਚਪਨ 'ਚ ਬੱਚੇ ਨੂੰ ਸਿਖਾਉਣੀਆਂ ਬਹੁਤ ਜ਼ਰੂਰੀ ਹੈ। ਸੋ ਮੈਂ ਸਮਝਦਾ ਕਿ ਗਨ ਕਲਚਰ ਜਿਹੜਾ ਤੁਸੀਂ ਗਾਉਣਾ ਹੈ ਉਹ ਇਹ ਗਾਓ ਤਾਂ ਕਿ ਲੋਕਾਂ ਨੂੰ ਪੋਜ਼ਿਟਿਵ ਸੈਂਸ ਜਾਵੇ ਕਿ ਸੁਣੋ ਧੀਰਜ ਰੱਖੋ। ਗਨ ਕਲਚਰ ਕੀ ਗਾਣਾ ਚਾਹੀਦਾ ਕਿ ਭਾਈ ਅਸਲਾ ਰੱਖੋ, ਜ਼ਰੂਰ ਰੱਖੋ ਆਪਣੀ ਹਿਫਾਜ਼ਤ ਵਾਸਤੇ, ਗਰੀਬ ਦੁਰਬੇ ਦੀ ਹਿਫਾਜ਼ਤ ਵਾਸਤੇ, ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਪਿੱਛੇ, ਆਪਣੇ ਦੇਸ਼ ਦੀ ਇੱਜ਼ਤ ਬਚਾਉਣ ਪਿੱਛੇ, ਆਪਣੇ ਸਟੇਟ ਦੇ ਲੋਕਾਂ ਦੀ ਇੱਜ਼ਤ ਬਚਾਉਣ ਪਿੱਛੇ।
ਜਿਹੜੇ ਲੋਕ ਇਹ ਗੈਂਗਸਟਰਾਂ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਕ੍ਰੀਏਸ਼ਨ ਕਿਹਦੀ ਹੈ ਸਰ? ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਮੈਂ ਬੁਲੰਦ ਆਵਾਜ਼ 'ਚ ਕਹਿ ਕੇ ਥੱਕ ਰਿਹਾ, ਮੈਂ ਤੁਹਾਨੂੰ ਪ੍ਰੂਫ ਦੇ ਸਕਦਾ, ਕਹਿ ਸਕਦਾ। ਮੈਂ ਪੋਲੀਟੀਕਲ ਸਿਸਟਮ ਦੇ ਵਿੱਚ 5 ਸਾਲ ਤੋਂ ਰਹਿ ਰਿਹਾ ਉਮੇਸ਼ ਜੀ। ਮੈਂ ਆਪਣਾ ਫੁੱਫੜ ਨਿਰੰਜਨ ਸਿੰਘ ਤਾਲਬ ਕੈਰੋਂ ਸਾਹਿਬ ਦਾ ਰਾਜ ਦੇਖਿਆ। ਆਈ ਹੈਵ ਸੀਨ ਜਵਾਹਰ ਲਾਲ ਨਹਿਰੂ ਦੀ ਗੋਦੀ ਬੈਠ ਕੇ ਮੇਰੀਆਂ ਫੋਟੋਆਂ ਨੇ, ਇੰਦਰਾ ਗਾਂਧੀ ਜੀ ਤੋਂ ਲੈ ਕੇ ਸਾਰਾ ਕੁਝ। ਇਹ ਮੈਂ ਆਈ ਹੈਵ ਗੋਨ ਥਰੂ 70 ਇਅਰਸ ਆਫ ਮਾਈ ਲਾਈਫ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸ ਸਕਦਾ ਕਿ ਜਿੰਨੀ ਗੈਂਗ ਵਾਰ ਹੈ, ਜਿੰਨੇ ਬੱਚੇ ਗਲਤ ਰਾਹ ਤੇ ਗਏ ਨੇ, ਦੇ ਆਰ ਦ ਕ੍ਰੀਏਸ਼ਨ ਆਫ ਦ ਪੋਲੀਟੀਕਲ ਸਿਸਟਮ। ਪੋਲੀਟੀਕਲ ਸਿਸਟਮ ਦਾ ਕ੍ਰੀਏਸ਼ਨ ਹੈ। That is- ਇਹ ਤੁਹਾਡਾ ਬਿਲਕੁਲ ਇਹ ਹੈਗਾ। ਮੈਂ ਤੁਸੀਂ ਕਹਿਣਾ ਨਹੀਂ ਚਾਹੁੰਦੇ? ਨਹੀਂ ਹੈਗਾ, ਕहीं ਵਗਾ ਇਹ ਵੀ ਚਰਚਾ ਚੱਲੀ ਹੈ, ਕਈਆਂ ਨੇ ਬਿਆਨ ਵੀ ਦਿੱਤੇ ਕਿ ਅਸੀਂ ਪੋਲੀਟੀਕਲ ਸਿਸਟਮ ਦੇ ਵਿਕਟਿਮਸ ਨੇ। ਚਰਚਾ ਹੀ ਚਲਦੀ। ਮੈਂ ਸਵਾਲ ਇੱਕ ਗੱਲ ਇਹ ਕਰ ਰਿਹਾ ਯੋਗ ਭਾਜੀ ਕਿ ਸਿੱਧੂ ਮੂਸੇਵਾਲਾ ਇੱਕ ਐਡਾ ਵੱਡਾ ਸਿੰਗਰ, ਉਹਦੀ ਇਦਾਂ ਦਿਨ ਦਿਹਾੜੇ ਬਰੂਟਲ ਮਰਡਰ ਹੋ ਜਾਂਦਾ ਹੈ, ਔਰ ਫਿਰ ਉਹੀ ਚਰਚਾ ਛਿੜਦੀ ਹੈ ਜੀ ਕਿ ਗਾਣਿਆਂ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਕਿਸੇ ਨੇ ਅਗਰ ਗਾਣਾ ਗਾਤਾ ਗੱਲ ਨੂੰ ਲੈ ਕੇ ਉਹ ਮਰਡਰ ਇਦਾਂ ਹੋ ਜਾਂਦਾ? ਜਿਹੜਾ ਕਬੱਡੀ ਖੇਡ ਰਿਹਾ ਸੀ, ਮੁੰਡਾ ਮਾਰਿਆ, ਉਹਨੇ ਕਿੱਡਾ ਗਨ ਕਲਚਰ ਪ੍ਰਮੋਟ ਕੀਤਾ ਸੀ। ਦੀਪ ਸਿੱਧੂ ਮਾਰਤਾ, ਉਹਨੇ ਕਿੰਨਾ ਕੁ ਗਨ ਕਲਚਰ ਪ੍ਰਮੋਟ ਕੀਤਾ ਸੀ। ਅੱਜ ਸਿਮਰਜੀਤ ਸਿੰਘ ਦੇ ਗਲ 'ਚ ਵੀ ਤੁਸੀਂ ਅੰਗੂਠਾ ਦੇ ਦਿਓ। ਇਸ ਤਰ੍ਹਾਂ ਨਹੀਂ ਹੁੰਦਾ ਉਮੇਸ਼ ਜੀ। ਡੋਂਟ ਪੁੱਟ ਵਰਡਸ ਔਨ ਪੀਪਲਸ ਮਾਊਥ। ਮੈਂ ਗੱਲ ਕਹਿਣਾ ਚਾਹੁੰਦਾ, ਤੁਸੀਂ ਗਨ ਕਲਚਰ ਪ੍ਰਮੋਟ ਕਰੋ, ਲੇਕਿਨ ਗਨ ਕਲਚਰ ਨੂੰ ਐਕਸਪਲੇਨ ਕਰੋ। ਜਿੱਦਾਂ ਮੇਰੇ ਫਾਦਰ ਨੇ ਮੈਨੂੰ ਐਕਸਪਲੇਨ ਕੀਤਾ ਸੀ, ਮੇਰੇ ਕੋਲ ਵੈਪਨਸ ਨੇ, ਮੈਂ ਉਹ ਵੈਪਨਸ ਆਪਣੀ ਹਿਫਾਜ਼ਤ ਵਾਸਤੇ ਰੱਖੇ ਹੈ। ਮੈਂ ਜੇ ਕਦੇ ਕੋਈ ਮੇਰੇ ਤੇ ਭੀੜ ਪਏਗੀ ਜਾਂ ਕਿਸੇ ਤੇ ਭੀੜ ਪਏਗੀ ਜਾਂ ਕੋਈ ਧੀ ਭੈਣ ਦੀ ਇੱਜ਼ਤ ਲੁੱਟ ਰਿਹਾ ਹੋਊਗਾ ਜਾਂ ਗਰੀਬ ਨਾਲ ਧੱਕਾ ਕਰ ਰਿਹਾ ਹੋਊਗਾ, ਕੀ ਮੇਰਾ ਇਨਸਾਨੀਅਤ ਫਰਜ਼ ਨਹੀਂ ਬਣਦਾ ਮੈਂ ਜਾ ਕੇ ਉਹਦੇ ਨਾਲ ਖੜਾ? ਨਹੀਂ, ਤੁਸੀਂ ਵੱਡੀ ਗੱਲ, ਤੁਸੀਂ ਜਿਹੜੇ ਬੱਚੇ, ਮੈਂ ਬਹੁਤ ਵੱਡੀ ਗੱਲ ਕਰ ਰਿਹਾ। ਤੁਸੀਂ ਕਿਹਾ ਕਿ ਗਨ ਕਲਚਰ ਨੂੰ ਐਕਸਪਲੇਨ ਕਰਨਾ ਚਾਹੀਦਾ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਸਾਡੇ ਸਿੰਗਰ ਸ਼ਾਇਦ ਐਕਸਪਲੇਨ ਕਰਨ 'ਚ ਨਹੀਂ ਉਹ ਸਫਲ ਹੋ ਪਾਏ? ਮੈਂ ਇਹ ਗੱਲ ਨਹੀਂ ਕਹਿਣਾ ਚਾਹੁੰਦਾ ਕਿ ਸਫਲ ਨਹੀਂ ਹੋ ਪਾਏ। ਹਾਂ, ਕਿਤੇ ਨਾ ਕਿਤੇ ਉਹਨਾਂ ਨੂੰ ਇਹ ਗੱਲ ਜ਼ਰੂਰ ਕਹਿਣੀ ਚਾਹੀਦੀ ਸੀ ਕਿ ਅਸੀਂ ਗਨ ਕਲਚਰ ਨੂੰ ਨੈਗੇਟਿਵ ਪੋਰਸ਼ਨ ਦੇ ਵਿੱਚ ਪ੍ਰਮੋਟ ਨਹੀਂ ਕਰ ਰਹੇ। ਜਦ ਜ਼ਿੰਦਗੀ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਸਾਰਾ ਕੁਝ, ਤੁਹਾਡੀਆਂ ਗੱਲਾਂ ਬਾਤਾਂ ਖਤਮ ਹੋ ਜਾਣ, ਕਈ ਵਾਰੀ ਤੁਹਾਨੂੰ ਆਪਣੇ ਹੱਕਾਂ ਪਿੱਛੇ ਵੀ ਬੰਦੂਕ ਚੱਕਣੀ ਪੈਂਦੀ ਹੈ, ਕਈ ਵਾਰੀ ਤੁਹਾਨੂੰ ਹੱਕਾਂ ਦੇ ਪਿੱਛੇ ਤਲਵਾਰ ਚੱਕਣੀ ਪੈਂਦੀ ਹੈ। ਜਦ ਮੁਗਲ ਇੱਥੇ ਰਾਜ ਕਰ ਰਹੇ ਸੀ, ਗਜ਼ਨੀ ਤੋਂ ਲੈ ਕੇ ਔਰੰਗਜ਼ੇਬ ਤੱਕ ਇੰਨਾ ਮਾਰ ਕੱਟ ਹੋਇਆ। ਗੁਰੂ ਸਾਹਿਬ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜੁਨ ਦੇਵ ਜੀ ਤੱਕ ਤੱਤੀਆਂ ਤਵੇ ਤੇ ਬੈਠ ਕੇ ਕਹਿ ਕੇ ਥੱਕ ਗਏ, ਭਾਈ ਰਹਿਣ ਦਿਓ, ਜ਼ੁਲਮ ਨਹੀਂ ਕਰੀਦਾ, ਰੱਬ ਨੂੰ ਮਨਜ਼ੂਰ ਨਹੀਂ। ਅਲਟੀਮੇਟਲੀ ਹਰਗੋਬਿੰਦ ਸਾਹਿਬ ਨੇ ਕਿਹਾ, ਮਾਲਾ ਦੇ ਨਾਲ ਹੁਣ ਸ਼ਸਤਰ ਰੱਖਿਆ ਜਾਊਗਾ ਤੇ ਗੁਲਾਮੀ ਦੀਆਂ ਜੰਜੀਰਾਂ ਕੱਟੀਆਂ ਜਾਣਗੀਆਂ। ਤੁਸੀਂ ਸਾਰੇ ਹਿਸਟਰੀ ਜਾਣਦੇ ਹੋ, ਤੁਸੀਂ ਹਿਸਟਰੀ ਪੜ੍ਹੀ ਹੈ, ਤੁਸੀਂ ਹਿਸਟਰੀ ਤੋਂ ਵਾਕਿਫ ਹੋ, ਲੇਕਿਨ ਤੁਸੀਂ ਉਹ ਸੱਚ ਕਹਿਣਾ ਨਹੀਂ ਚਾਹੁੰਦੇ ਕਿਉਂਕਿ ਤੁਹਾਡਾ ਸਿਸਟਮ ਨਹੀਂ ਚੱਲਦਾ। ਮੈਂ 1 ਮਿੰਟ, ਮੈਂ 10ਵੇਂ ਪਾਤਸ਼ਾਹ ਦੀ ਗੱਲ ਕਰਨ ਲੱਗਿਆ, ਜਿੱਥੇ ਐਂਡ ਕਰਨ ਲੱਗਿਆ ਗੱਲ। ਉਹਨਾਂ ਨੇ ਕਿਹਾ ਵੀ ਹੁਣ ਔਰੰਗਜ਼ੇਬ ਗੱਲ ਇਹ ਹੈ, ਹੁਣ ਤੇਰੇ ਨਾਲ ਪਿਆਰ ਨਾਲ ਬਹੁਤ ਨਿਪਟ ਲਏ, ਹੁਣ ਤੈਨੂੰ ਦੱਸਾਂਗੇ ਵੀ ਸ਼ਸਤਰ ਦੀ ਬੋਲੀ ਕੀ ਹੈ। ਲੇਕਿਨ ਮੈਂ ਸ਼ਸਤਰ ਇਸ ਕਰਕੇ ਚੁੱਕ ਰਿਹਾ ਕਿਉਂਕਿ ਤੂੰ ਮੈਨੂੰ ਮਜਬੂਰ ਕੀਤਾ, ਪਰ ਹਿੰਦੁਸਤਾਨ ਦੀ ਰੱਖਿਆ ਵਾਸਤੇ ਮੈਂ ਸ਼ਸਤਰ ਚੁੱਕ ਰਿਹਾ, ਲੋਕਾਂ ਦੀ ਰੱਖਿਆ ਵਾਸਤੇ ਸ਼ਸਤਰ ਚੁੱਕ ਰਿਹਾ। ਜਿਹੜਾ ਸ਼ਸਤਰ ਕਿਸੇ ਦੀ ਰੱਖਿਆ ਵਾਸਤੇ ਚੁੱਕਿਆ ਜਾਂਦਾ ਹੈ, ਕਿਸੇ ਦੀ ਹਿਫਾਜ਼ਤ ਵਾਸਤੇ ਚੱਕਿਆ ਜਾਂਦਾ ਹੈ, ਦੇਸ਼ ਦੇ ਵਿੱਚ ਸ਼ਾਂਤੀ ਰੱਖਣ ਲਈ ਚੁੱਕਿਆ ਜਾਂਦਾ ਹੈ, ਲੋਕਾਂ ਦੀ ਹਿਫਾਜ਼ਤ ਵਾਸਤੇ, ਧੀਆਂ ਭੈਣ ਦੀ ਇੱਜ਼ਤ ਵਾਸਤੇ ਚੁੱਕਿਆ ਜਾਂਦਾ। ਇਹ ਹਰੀ ਸਿੰਘ ਨਲੂਏ ਨੇ ਵੀ ਪਠਾਨਾਂ ਨੂੰ ਕਿਹਾ ਸੀਗਾ। ਉਹ ਸ਼ਸਤਰ ਮੈਂ ਸਮਝਦਾ ਕਿ ਉਹ ਪੂਜਨਯੋਗ ਹੈ। ਮੈਂ ਤੁਹਾਡੀ ਗੱਲ ਬਿਲਕੁਲ ਸਮਝ ਗਿਆ, ਤੁਸੀਂ ਹਿਸਟਰੀ ਦੀ ਵੀ ਗੱਲ ਕਰ ਰਹੇ ਹੋ, ਪਰ ਸਵਾਲ ਇੱਥੇ ਯੋਗ ਭਾਜੀ ਇਹ ਆ ਗਿਆ ਕਿ ਗਾਣਿਆਂ ਦੀ ਪਿਛਲੇ 4-5 ਸਾਲ ਦੀ ਗੱਲ ਕਰੀਏ। ਤੁਸੀਂ ਕਿਹਾ ਕਿ ਹਾਂ ਪਹਿਲਾਂ ਵੀ ਚੱਲਦੇ ਰਹੇ, ਤੁਸੀਂ ਫਿਲਮਾਂ 'ਚ ਵੀ, ਤੁਸੀਂ ਜਦੋਂ ਕਿਸੇ ਕੋਈ ਇੱਦਾਂ ਸੀਨ ਹੁੰਦਾ ਸੀ, ਤੁਸੀਂ ਕਈਆਂ 'ਚ ਰੋਲ ਵੀ ਕੀਤੇ ਹੋਣੇ। ਹਾਈ ਕੋਰਟ ਵਿੱਚ ਮਸਲਾ ਗਿਆ, ਹਾਈ ਕੋਰਟ ਦੀ ਵਰਡਿੰਗ ਹੈ, ਹਾਈ ਕੋਰਟ ਇੱਕ ਸਾਡਾ ਸਿਸਟਮ ਦਾ ਜੁਡੀਸ਼ੀਅਲ ਪਾਰਟ ਹੈ। ਹਾਈ ਕੋਰਟ ਵਿੱਚ ਮਸਲਾ ਗਿਆ ਸੀਗਾ ਕਿ ਯੰਗ ਜਨਰੇਸ਼ਨ ਜਿਹੜੀ ਹੈਗੀ ਹੈ ਉਹ ਪ੍ਰਭਾਵਿਤ ਹੁੰਦੀ ਹੈ ਇਹਨਾਂ ਤੋਂ, ਸਿੰਗਰਾਂ ਨੂੰ ਦੇਖ ਕੇ, ਜਦੋਂ ਗਨ ਲੈ ਕੇ ਗਾਣੇ ਨੂੰ ਚੱਲਦੇ ਨੇ। ਔਰ ਕਈ ਵਾਰ ਐਕਸਪਲੇਨ, ਜਿਹੜੀ ਤੁਸੀਂ ਗੱਲ ਕੀਤੀ ਕਿ ਐਕਸਪਲੇਨ ਨਹੀਂ ਕਰ ਪਾ ਰਹੇ, ਇਹ ਕਿਤੇ ਨਾ ਕਿਤੇ ਮਸਲੇ ਨੂੰ ਇੱਕ ਵੱਡਾ ਇਸ਼ੂ ਬਣ ਜਾਂਦਾ ਸਾਹਮਣੇ। ਤੁਸੀਂ ਸੁਪਰੀਮ ਕੋਰਟ ਦੀਆਂ ਸਾਰੀਆਂ ਰੂਲਿੰਗਸ ਪੜ੍ਹੀਆਂ ਨੇ, ਪ੍ਰੈਸ ਵਾਲਿਆਂ ਨੇ, ਮੀਡੀਆ ਵਾਲੇ ਨੇ, ਤੁਸੀਂ ਸਾਰਾ ਕੁਝ ਪੜ੍ਹਿਆ। ਤੁਸੀਂ ਨਹਿਰੂ ਦੇ ਰਾਜ ਤੋਂ ਲੈ ਕੇ, ਜਵਾਹਰ ਲਾਲ ਨਹਿਰੂ ਦੇ ਰਾਜ ਤੋਂ ਲੈ ਕੇ ਅੱਜ ਤੱਕ ਦੇ ਸਾਰੀਆਂ ਤੁਸੀਂ ਪੜ੍ਹਿਆ ਕਿ ਸੁਪਰੀਮ ਕੋਰਟ ਨੇ ਜਾਂ ਹਾਈ ਕੋਰਟ ਨੇ ਕੀ ਕਿਹਾ? ਨਹੀਂ ਕੀ ਉਹਨਾਂ ਨੇ ਲੋਕਾਂ ਬਾਰੇ ਇਹ ਗੱਲ ਕਹੀ ਹੈ ਕਿ ਲੋਕਾਂ ਨੂੰ ਦੇਸ਼ ਨਿਕਾਲਾ ਦੇ ਦੇਣਾ ਚਾਹੀਦਾ ਹੈ, ਸੋਸਾਇਟੀ ਵਾਸਤੇ ਡੇਂਜਰਸ ਨੇ। ਹੈਵ ਯੂ ਰੈਡ ਦੋਜ਼ ਰੀਡਿੰਗਸ? ਉਹ ਮੈਂ ਨਹੀਂ ਕਿਹਾ, ਉਹ ਸੁਪਰੀਮ ਕੋਰਟ ਨੇ ਕਿਹਾ, ਕੋਰਟ ਦੀਆਂ ਰੀਡਿੰਗਸ ਨੇ। ਬੜੇ ਬੜੇ ਲੀਡਰਾਂ ਨੇ ਬਹੁਤ ਸਾਰੇ ਬੰਦਿਆਂ ਵਾਸਤੇ ਗੱਲਾਂ ਕਹੀਆਂ ਨੇ। ਸਰ, ਜਦ ਤੁਸੀਂ ਗਨ ਪ੍ਰਮੋਸ਼ਨ ਜਾਂ ਤੁਸੀਂ ਆਪਾਂ ਜਿਹੜੀ ਟੌਪਿਕ ਤੇ ਡਿਸਕਸ ਕਰ ਰਹੇ ਹਾਂ, ਜਦ ਤੁਸੀਂ ਗਲਤ ਇਸਤੇਮਾਲ ਕੁਝ ਵੀ ਕਰੋਗੇ, ਕਿਸੇ ਦਾ ਹੱਕ ਮਾਰੋਗੇ, ਕਿਸੇ ਗਰੀਬ ਨਾਲ ਧੱਕਾ ਕਰੋਗੇ, ਕਿਸੇ ਧੀ ਨਾਲ ਧੱਕਾ ਕਰੋਗੇ, ਕਿਸੇ ਦਾ ਹੱਕ ਲਓਗੇ, ਕਿਸੇ ਦੀ ਚੀਜ਼ ਲਓਗੇ, ਕਿਸੇ ਨੂੰ ਤੰਗ ਕਰੋਗੇ, ਸਰ ਉਹ ਅਲਟੀਮੇਟਲੀ ਜਿਹੜੀ ਗਨ ਚੁੱਕੇਗਾ ਨਾ, ਉਹ ਨੈਗੇਟਿਵ ਸੈਂਸ 'ਚ ਜਾਏਗੀ ਲੋਕਾਂ ਲਈ, ਪਰ ਉਹਦੇ ਲਈ ਉਹ ਪੋਜ਼ਿਟਿਵ ਸੈਂਸ ਹੈ। ਪਰ ਮੈਂ ਸਮਝਦਾ ਕਿ ਜੋ ਮੇਰੇ ਫਾਦਰ ਨੇ ਐਕਸਪਲੇਨ ਕੀਤਾ, ਮੈਂ ਕਿਹਾ ਪਿਤਾ ਜੀ ਸ਼ਸਤਰ ਰੱਖਣੇ ਕਿਉਂ ਜ਼ਰੂਰੀ ਹੈ? ਜਦ ਮੈਂ ਛੋਟਾ ਸੀ ਮੈਨੂੰ ਕਿਉਂ ਸਿਖਾਇਆ ਜਾ ਰਿਹਾ? ਕਹਿੰਦੇ ਬੇਟਾ ਮੈਂ ਇਸ ਕਰਕੇ ਸਿਖਾ ਰਿਹਾ ਕਿ ਆਪਣੀ ਹਿਫਾਜ਼ਤ ਬਹੁਤ ਜ਼ਰੂਰੀ ਹੈ। ਇਹ ਵਰਲਡ ਜਿਹੜਾ ਹੈ ਇਹ ਬੜਾ ਭਿਆਨਕ ਜੰਗਲ
ਜੰਗਲ ਹੈ, ਇਸ ਜੰਗਲ 'ਚ ਰਹਿਣ ਵਾਸਤੇ ਇੱਕ ਸ਼ੇਰ ਦੀ ਚਾਲ ਤੇ ਸ਼ੇਰ ਦੀ ਢਾਲ ਬੜੀ ਜ਼ਰੂਰੀ ਹੈ, ਲੇਕਿਨ ਉਹ ਜਿਹੜੀ ਢਾਲ ਚਾਲ ਹੈ ਉਹ ਲੋਕਾਂ ਦੇ ਬੈਨੀਫਿਟ ਵਾਸਤੇ ਤੇ ਲੋਕਾਂ ਦੇ ਫਾਇਦੇ ਵਾਸਤੇ ਹੋਣੀ ਚਾਹੀਦੀ। ਤੁਸੀਂ ਯੁਵਰਾਜ ਸਿੰਘ ਨੂੰ ਸਿਖਾਇਆ ਗਨ ਸ਼ਸਤਰ ਗਨ ਜਿਹੜਾ ਕਲਚਰ ਹੈ ਉਹ ਸਾਰਿਆਂ ਨੂੰ ਸਿੱਖਣਾ ਚਾਹੀਦਾ। ਮੈਂ ਅੱਜ ਵੀ ਬੁਲੰਦ ਆਵਾਜ਼ 'ਚ ਕਹਿਣਾ, ਐਵਰੀਬਡੀ ਯੂ ਸ਼ੁੱਡ ਕੀਪ ਲਾਇਸੈਂਸਡ ਵੈਪਨਸ, ਗਵਰਨਮੈਂਟ ਤੁਹਾਨੂੰ ਦੇਵੇ, ਲੇਕਿਨ ਉਹ ਵੈਪਨ ਕਦੇ ਵੀ ਜ਼ਿੰਦਗੀ ਵਿੱਚ ਉਦੋਂ ਯੂਜ਼ ਹੋਵੇ ਜਦ ਤੁਹਾਡੇ ਤੇ ਆਨ ਤੇ ਗੱਲ ਆ ਜਾਏ, ਤੁਹਾਡੀ ਫੈਮਿਲੀ ਤੇ ਗੱਲ ਆ ਜਾਏ, ਤੁਹਾਡੀ ਧੀਆਂ ਤੇ ਗੱਲ ਆ ਜਾਏ। ਉਹ ਯੂਜ਼ ਉਦੋਂ ਤੱਕ ਨਹੀਂ ਹੋਣੀ ਚਾਹੀਦੀ ਜਦ ਤੱਕ ਉਹਦਾ ਗਲਤ ਸੈਂਸ, ਇਹ ਥੋੜਾ ਵੀ ਜਾ ਕੇ ਕਿਸੇ ਨੂੰ ਗੋਲੀ ਮਾਰਤੀ, ਤੁਸੀਂ ਲੁੱਟ ਖੋਹ ਕਰ ਲਈ, ਤੁਸੀਂ ਡਾਕੇ ਮਾਰ ਲਏ। ਕਿਹੜੇ ਸਿੰਗਰ ਨੇ ਗਾਣਾ ਨਹੀਂ ਗਾਇਆ ਜੱਗੇ ਜੱਟ ਨੇ ਡਾਕਾ ਮਾਰਿਆ ਡਾਕੂ ਨੇ, ਜਾਂ ਜੋਨਾ ਮੋੜ ਨੇ ਆ ਨਹੀਂ ਕੀਤਾ? ਕਿਹੜਾ ਸਿੰਗਰ ਜੀ ਨਹੀਂ ਗਾਇਆ? ਮਾਨਕ ਨੇ ਨਹੀਂ ਗਾਇਆ, ਛਿੰਦੇ ਨੇ ਨਹੀਂ ਗਾਇਆ, ਸਭ ਨੇ ਗਾਇਆ। ਲੇਕਿਨ ਉਹ ਇੱਕ ਪੋਜ਼ਿਟਿਵ ਸੈਂਸ ਸੀਗਾ। ਲੇਕਿਨ ਉਸ ਵਕਤ ਉਹ ਲੋਕ ਵੀ ਮਹਾਨ ਗਿਣੇ ਜਾਂਦੇ ਸੀ ਜਿਹੜੇ ਸਿਸਟਮ ਨਾਲ ਲੜਦੇ ਸੀ। ਹੁਣ ਇਹ ਸਿਸਟਮ ਨਾਲ ਲੜਾਈ ਨਹੀਂ ਹੋ ਰਹੀ। ਇਹ ਜਿਹੜੀ ਤੁਸੀਂ ਤੌਹਮਤ ਲਾਈ ਹੈ ਨਾ ਪੰਜਾਬੀ ਫਿਲਮ ਇੰਡਸਟਰੀ ਤੇ, ਨਿੱਕੂ ਨੇ ਬਿਆਨ ਦਿੱਤਾ, ਪੰਜਾਬੀ ਸਿੰਗਰਾਂ ਨੇ, ਲਾਹਨਤ ਹੈ ਇਹੋ ਜਿਹੇ ਸਿੰਗਰਾਂ ਤੇ। ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਜਿਹੜੇ ਤੌਹਮਤ ਲਾਉਂਦੇ ਨੇ ਆਪਣੀ ਫੈਮਿਲੀ ਤੇ। ਮੈਂ ਡਿਫੈਂਡ ਨਹੀਂ ਕਰ ਰਿਹਾ, ਜੋ ਕੁਝ ਹੋ ਰਿਹਾ ਗਲਤ ਹੋ ਰਿਹਾ। ਮੈਂ ਡੀਏਵੀ ਕਾਲਜ 45 ਸਾਲ ਤੋਂ ਪੜ੍ਹ ਰਿਹਾ, ਕੋਚਿੰਗ ਕਰ ਰਿਹਾ ਉਮੇਸ਼ ਜੀ, ਐਵਰੀਬਡੀ ਨੋਜ਼। ਕਿਹੜਾ ਬੱਚਾ ਜਿਹੜਾ ਮੇਰੇ ਹੱਥੋਂ ਨਹੀਂ ਨਿਕਲਿਆ? ਇਲੈਕਸ਼ਨਾਂ ਦੇ ਬੱਚੇ ਹੋਣ, ਭਾਵੇਂ ਯੂਨੀਵਰਸਿਟੀ ਦੇ ਇਲੈਕਸ਼ਨਾਂ ਹੋਣ, ਲੇਕਿਨ ਉਹ ਸਾਰਿਆਂ ਨੂੰ ਬਿਠਾ ਕੇ ਮੈਂ ਇੱਕੋ ਗੱਲ ਕਹਿੰਦਾ ਰਿਹਾ ਕਿ ਜ਼ਿੰਦਗੀ 'ਚ ਸਿੱਧੇ ਰਾਹ ਤੇ ਚੱਲਣਾ, ਚੰਗੇ ਰਾਹ ਤੇ ਚੱਲਣਾ, ਗਲਤ ਰਾਹ ਤੇ ਜਾ ਕੇ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਨਾ। ਲਾਰੈਂਸ ਵੀ ਉੱਥੋਂ ਹੀ ਮੈਂ ਦੱਸ ਸਾਰੇ ਜੀ, ਲਾਰੈਂਸ ਹੋ ਗਿਆ, ਵਿੱਕੀ ਮਿੱਡੂ ਖੇੜਾ, ਬਹੁਤ ਸਾਰੇ ਹਜ਼ਾਰਾਂ ਲੱਖਾਂ ਮੇਰੇ ਹੱਥੋਂ ਗਏ ਨੇ। ਇਹਨਾਂ ਨੂੰ ਮੈਂ ਕਸਮਾਂ ਖਵਾਈਆਂ। ਲੇਕਿਨ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਤਾਂ ਹੋਇਆ ਹੋਊਗਾ ਕਿ ਇਹ ਬੱਚੇ ਜਿਹੜੇ ਹੈਗੇ ਆ ਕਿਸੇ ਹੋਰ ਰਾਹ ਤੇ ਚਲੇ ਗਏ। ਮੈਨੂੰ ਪਤਾ ਕਿਹਨੇ ਇਹਨਾਂ ਬੱਚਿਆਂ ਨੂੰ ਤੇ ਕਿਹਨਾਂ ਨੂੰ ਕਿਹਦੇ ਰਾਹ ਤੇ ਪਾਇਆ। ਸਰ ਮੈਂ ਅੱਜ ਫੇਰ ਕਹਿਣਾ, ਪੋਲੀਟੀਕਲ ਸਿਸਟਮ ਜਿੱਦਣ ਹਿੰਦੁਸਤਾਨ ਦਾ ਪੋਜ਼ਿਟਿਵ ਹੋ ਜਾਊਗਾ, ਪੋਲੀਟੀਕਲ ਸਿਸਟਮ ਜਿੱਦਣ ਜਨਤਾ ਬਾਰੇ ਸੋਚਣ ਲੱਗ ਜਾਊਗਾ, ਪੋਲੀਟੀਕਲ ਸਿਸਟਮ ਜਿੱਦਣ ਬਿਲਕੁਲ ਪਵਿੱਤਰਤਾ ਤੇ ਆ ਜਾਊਗਾ, ਸਭ ਕੁਝ ਖਤਮ ਹੋ ਜਾਊਗਾ, ਇਹ ਸ਼ਾਂਤੀ ਹੋ ਜਾਊਗੀ। ਅੱਛਾ, ਸਿੰਗਰਾਂ ਦੀ ਗੱਲ ਕਰੀਏ। ਸ਼ਾਂਤੀ ਆਪਾਂ ਰਹਿਣ ਨਹੀਂ ਦਿੰਦੇ, ਸ਼ਾਂਤੀ ਆਪਾਂ ਖੋਣ ਨਹੀਂ ਦਿੰਦੇ। ਡਿਵਾਈਡ ਐਂਡ ਰੂਲ, ਇਹਨੂੰ ਉਹਦੇ ਨਾਲ ਲੜਾ, ਇਹਨੂੰ ਉਹਦੇ ਨਾਲ ਲੜਾ। ਅੱਜ ਧਰਮ ਦੀ ਗੱਲ ਚੱਲ ਪਈ। ਜਿਸ ਯੁੱਗ ਦੇ ਅਸੀਂ ਰਹਿ ਰਹੇ ਹਾਂ ਉਮੇਸ਼ ਜੀ, ਪੜ੍ਹੇ ਲਿਖੇ ਲੋਕ, ਅਸੀਂ ਐਜੂਕੇਟਿਡ ਲੋਕ, ਅਸੀਂ ਇੱਕ ਦੂਜੇ ਨਾਲ ਪਿਆਰ ਕਰਨ ਵਾਲੇ ਲੋਕ, ਹਿੰਦੁਸਤਾਨ ਦੇ ਵਿੱਚ ਸਦੀਆਂ ਤੋਂ ਭਾਈਚਾਰਾ ਇਕੱਠਾ ਰਹਿੰਦਾ ਆ ਰਿਹਾ। ਅੱਜ ਉਹਨੂੰ ਧਰਮ ਦੇ ਨਾਮ ਤੇ ਵੱਢਿਆ ਜਾ ਰਿਹਾ। ਯੂ ਥਿੰਕ ਇਟਸ ਮੋਰ ਡੇਂਜਰਸ ਦੈਨ ਦੀ ਵੈਪਨ। ਇਹ ਜ਼ਿਆਦਾ ਖਤਰਨਾਕ ਹੈ ਸ਼ਸਤਰ ਨਾਲੋਂ ਜਿਹਦੀ ਤੁਸੀਂ ਕਲਚਰ ਦੀ ਗੱਲ ਕਰ ਰਹੇ ਹੋ। ਸਿੱਧੂ ਦਾ ਕਤਲ ਹੋ ਜਾਂਦਾ, ਤੁਸੀਂ ਇਹਦਾ ਰੀਜ਼ਨ ਕੀ ਮੰਨਦੇ ਹੋ? ਕਿਆ ਗਾਣਿਆਂ ਨੂੰ ਲੈ ਕੇ, ਜਾਂ ਕੋਈ ਪਰਸਨਲ ਐਦਾਂ ਦੀ ਕੋਈ ਦੁਸ਼ਮਣੀ, ਜਾਂ ਇੱਕ ਸਿੰਗਰ ਐਡਾ ਵੱਡਾ ਆਪਣਾ ਔਰਾ ਕ੍ਰੀਏਟ ਕਰ ਗਿਆ? ਇਹ ਦੁਸ਼ਮਣੀ ਲਾਰੈਂਸ ਉਹਨਾਂ ਤੇ ਇਲਜ਼ਾਮ ਨੇ, ਪੁਲਿਸ ਅਦਾਲਤ ਵਿੱਚ ਨੇ, ਰਿਮਾਂਡ ਚੱਲਦੇ ਪਏ ਨੇ, ਨਵੇਂ ਖੁਲਾਸੇ ਹੋ ਰਹੇ ਨੇ। ਤੁਸੀਂ ਪੰਜਾਬੀ ਮਿਲੇ ਵੀ ਹੋ ਸਿੱਧੂ ਨੂੰ, ਸਾਡੀ ਕਈ ਵਾਰ ਗੱਲਾਂ ਵੀ ਹੋਈਆਂ ਨੇ, ਇਲੈਕਸ਼ਨ ਵਿੱਚ ਤੁਸੀਂ ਨਾਲ ਰਹੇ ਹੋ। ਮੇਰੇ ਪੁੱਤਰ ਹਾਂਜੀ, ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਕਿ ਦੋ ਚੀਜ਼ਾਂ ਲਾਈਫ ਦੇ ਵਿੱਚ, ਉਹਦਾ ਜਵਾਬ ਦੇ ਦਿਓ। ਕੀ ਤੁਸੀਂ ਕੱਲੀ ਸਿੱਧੂ ਮੂਸੇਵਾਲੇ ਦੀ ਗੱਲ ਕਰ ਰਹੇ ਹੋ ਔਰ ਉਹਦੇ ਤੇ ਇਲਜ਼ਾਮ ਲਾ ਰਹੇ ਹੋ? ਕੀ ਤੁਸੀਂ ਸਾਰੇ ਸਿਸਟਮ ਨੂੰ ਇਹਦੇ ਵਿੱਚ ਲਿਆ ਰਹੇ ਹੋ? ਇਹ ਮੈਨੂੰ ਪਹਿਲਾਂ ਦੱਸ ਦਿਓ। ਨਹੀਂ, ਪੂਰੇ ਸਿਸਟਮ ਚਾਹੁੰਦੇ ਕਿਉਂ? ਨਹੀਂ, ਪੂਰੇ ਸਿਸਟਮ ਦੀ ਗੱਲ ਹੈ।